ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਵੈਲਕਮ ਟੂ ਮਾਈ ਚੈਨਲ। ਅੱਜ ਕਿਸੇ ਵੀ ਟੌਪਿਕ ਦੇ ਉੱਤੇ ਕੋਈ ਕਲਾਸ ਨਹੀਂ ਆਪਣੀ ਫਾਈਨੈਂਸ਼ੀਅਲ ਅਕਾਊਂਟਿੰਗ ਦੀ। ਅੱਜ ਸਿਰਫ ਔਰ ਸਿਰਫ ਮੈਂ ਤੁਹਾਡੇ ਡਾਊਟਸ ਕਲੀਅਰ ਕਰੂੰਗੀ। ਬਹੁਤ ਸਾਰੇ ਬੱਚਿਆਂ ਨੂੰ ਕਾਮਨ ਡਾਊਟਸ ਸੀ ਰਿਗਾਰਡਿੰਗ ਬੁੱਕਸ, ਰਿਗਾਰਡਿੰਗ ਸਿਲੇਬਸ, ਠੀਕ ਹੈ, ਰਿਗਾਰਡਿੰਗ ਇੰਸਪੈਕਟਰ ਆਡਿਟ ਦੇ ਬਾਰੇ, ਠੀਕ ਹੈ। ਇਹਨਾਂ ਡਾਊਟਸ ਨੂੰ ਮੈਂ ਪਹਿਲਾਂ ਅੱਜ ਕਲੀਅਰ ਕਰੂੰਗੀ ਤਾਂ ਕਿ ਬਾਰ-ਬਾਰ ਇੱਕੋ ਹੀ ਚੀਜ਼ ਸਾਰੇ ਬੱਚੇ ਪੁੱਛਦੇ ਆ ਤਾਂ ਉਹਦੇ ਲਈ ਮੈਂ ਇੱਕ ਵੀਡੀਓ ਬਣਾ ਕੇ ਪਾ ਦੇਵਾਂ, ਉਹ ਜ਼ਿਆਦਾ ਵਧੀਆ ਹੈ। ਸੋ ਸਟਾਰਟ ਕਰਦੇ ਹਾਂ। ਪਹਿਲਾਂ ਤਾਂ ਇਹ ਚੀਜ਼ ਸਮਝੋ ਕਿ ਸਿਲੇਬਸ ਸਾਡਾ ਕੀ ਹੈ, ਠੀਕ ਹੈ ਜੀ। ਹੁਣ ਇਹ ਦੇਖੋ ਸਾਡਾ ਐਡਵਰਟਾਈਜ਼ਮੈਂਟ ਨੰਬਰ 01/2025 ਜਿਹਦੇ ਵਿੱਚ ਇੰਸਪੈਕਟਰ ਆਡਿਟ ਦੇ ਬਾਰੇ ਸਾਰਾ ਡਿਟੇਲ ਦੇ ਵਿੱਚ ਦੱਸਿਆ ਹੋਇਆ, ਸਿਲੇਬਸ ਵਗੈਰਾ ਕੀ ਸਭ ਚੀਜ਼ਾਂ। ਪਹਿਲਾਂ ਮੈਂ ਇੰਸਪੈਕਟਰ ਆਡਿਟ ਦਾ ਸਿਲੇਬਸ ਦਿਖਾਊਂਗੀ, ਫਿਰ ਮੈਂ ਤੁਹਾਨੂੰ ਦਿਖਾਊਂਗੀ ਸੀਨੀਅਰ ਅਸਿਸਟੈਂਟ ਔਰ ਜੂਨੀਅਰ ਆਡੀਟਰ ਦਾ ਕੀ ਸਿਲੇਬਸ ਹੈ, ਔਰ ਉਹਦੇ ਵਿੱਚ ਕੰਪੇਅਰ ਕਰਕੇ ਮੈਂ ਤੁਹਾਨੂੰ ਦੱਸੂੰਗੀ ਕਿ ਤੁਹਾਡਾ ਸਿਲੇਬਸ ਇੱਥੇ ਕੰਪਲੀਟ ਕਰਵਾਇਆ ਜਾਏਗਾ ਜਾਂ ਨਹੀਂ ਕਰਵਾਇਆ ਜਾਏਗਾ। ਹੁਣ ਆਪਾਂ ਸਿੱਧਾ ਸਿਲੇਬਸ ਦੀ ਗੱਲ ਕਰਨੀ ਹੈ ਤਾਂ ਆਪਾਂ ਸਿੱਧਾ ਸਿਲੇਬਸ ਵਾਲੇ ਪੇਜ 'ਤੇ ਚੱਲਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਹੈ ਇਹ ਸਿਲੇਬਸ ਦਿੱਤਾ ਹੋਇਆ ਹੈ ਨੈਬ ਤਹਿਸੀਲਦਾਰ ਦਾ, ਠੀਕ ਹੈ। ਹੁਣ ਦੇਖੋ ਐਨੈਕਸਚਰ 2 ਦੇ ਵਿੱਚ ਤੁਹਾਨੂੰ ਦਿੱਤਾ ਹੋਇਆ ਪਲਾਨ ਆਫ ਰਿਟਨ ਐਗਜ਼ਾਮੀਨੇਸ਼ਨ ਫॉर द पोस्ट ऑफ इंस्पैक्टर ऑडिट। ਪਾਰਟ ਏ ਔਰ ਪਾਰਟ ਬੀ, ਦੋ ਪਾਰਟ ਹੋ ਗਏ ਇਹਦੇ। ਪਾਰਟ ਏ ਦੇ ਵਿੱਚ ਸਾਰਾ ਜਨਰਲ ਪੇਪਰ ਹੋਏਗਾ ਅਤੇ ਪਾਰਟ ਬੀ ਦੇ ਵਿੱਚ ਸਬਜੈਕਟ ਰਿਲੇਟਿਡ ਹੋਏਗਾ। ਜਨਰਲ ਪੇਪਰ ਆਪਾਂ ਸਿੱਧਾ ਸਬਜੈਕਟ ਰਿਲੇਟਿਡ ਸਿਲੇਬਸ ਦੇ ਉੱਤੇ ਚੱਲਦੇ ਹਾਂ। ਹੁਣ ਪਾਰਟ ਬੀ ਦੇ ਵਿੱਚ ਸਬਜੈਕਟ ਰਿਲੇਟਿਡ ਸਿਲੇਬਸ ਹੈ। ਸਭ ਤੋਂ ਪਹਿਲਾਂ ਸਾਨੂੰ ਦਿੱਤੀ ਹੋਈ ਹੈ ਫਾਈਨੈਂਸ਼ੀਅਲ ਅਕਾਊਂਟਿੰਗ, ਇਹਨੂੰ ਯੂਨਿਟ 1 ਮੰਨ ਕੇ ਚੱਲੋ, ਠੀਕ ਹੈ, ਜਿਹਦੇ ਵਿੱਚ ਸਾਰਾ ਫਾਈਨੈਂਸ਼ੀਅਲ ਅਕਾਊਂਟਿੰਗ ਦੇ ਬਾਰੇ ਦੱਸਿਆ ਹੋਇਆ ਹੈ। ਸੋਲ ਟਰੇਡਰ ਦਾ, ਲੈਜਰਸ, ਟਰਾਇਲ ਬੈਲੈਂਸ, ਸਬਸਿਡਰੀ, ਜਰਨਲ, ਇਹ ਸਭ ਚੀਜ਼ਾਂ। ਫਿਰ ਡੈਪਰੀਸੀਏਸ਼ਨ ਵਗੈਰਾ, ਫਿਰ ਈ ਅਕਾਊਂਟਿੰਗ ਵਾਲਾ ਪਾਰਟ ਦਿੱਤਾ ਹੋਇਆ ਹੈ, ਜੁਆਇੰਟ ਵੈਂਚਰ। ਫਿਰ ਸਾਡੇ ਕੋਲ ਨੀਚੇ ਆਓਗੇ ਤਾਂ ਤੁਹਾਡੇ ਕੋਲ ਇੱਕ ਹੋਰ ਯੂਨਿਟ ਆਏਗੀ ਮੈਨੇਜਮੈਂਟ ਅਕਾਊਂਟਿੰਗ। ਇਹ ਇੱਕ ਅਲੱਗ ਬ੍ਰਾਂਚ ਹੈ ਅਕਾਊਂਟਿੰਗ ਦੀ, ਤਾਂ ਇਹਨਾਂ ਨੇ ਫਾਈਨੈਂਸ਼ੀਅਲ ਅਕਾਊਂਟਿੰਗ ਦੇ ਅੰਦਰ ਹੀ ਦਿੱਤੀ ਹੋਈ ਹੈ, ਪਰ ਮੈਂ ਇਹਨੂੰ ਅਲੱਗ ਬ੍ਰਾਂਚ ਬਣ ਕੇ ਚੱਲੂੰਗੀ ਤਾਂ ਇਹ ਅਲੱਗ ਯੂਨਿਟ ਹੈ, ਠੀਕ ਹੈ। ਇਹਦਾ ਸਿਲੇਬਸ ਤੁਹਾਨੂੰ ਦਿੱਤਾ ਹੋਇਆ ਸਾਰਾ ਫਾਈਨੈਂਸ਼ੀਅਲ ਵਰਸਿਸ ਮੈਨੇਜਮੈਂਟ ਅਕਾਊਂਟਿੰਗ ਕੀ ਹੈ, ਮੈਨੇਜਮੈਂਟ ਅਕਾਊਂਟਿੰਗ ਦੇ ਟੂਲਸ ਕੀ ਹੈ, ਔਰ ਲਾਸਟ 'ਚ ਇਹ ਖਤਮ ਹੁੰਦਾ ਕੈਸ਼ ਫਲੋ 'ਤੇ ਜਾ ਕੇ। ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਕੋਸਟ ਅਕਾਊਂਟਿੰਗ, ਜੋ ਸਾਡੀ ਯੂਨਿਟ ਨੰਬਰ 3 ਹੈ। ਕੋਸਟ ਅਕਾਊਂਟਿੰਗ ਔਰ ਅਕਾਊਂਟਿੰਗ ਫॉर ਮਟੀਰੀਅਲ, ਇਹ ਕੋਸਟ ਅਕਾਊਂਟਿੰਗ ਦਾ ਹੀ ਪਾਰਟ ਹੈ, ਠੀਕ ਹੈ। ਇਹ ਸਾਡਾ ਖਤਮ ਹੁੰਦਾ ਹੈ CVP ਐਨਾਲਿਸਿਸ ਦੇ ਉੱਤੇ। ਇੱਥੋਂ ਦੀ ਲੈ ਕੇ ਇੱਥੇ ਤੱਕ ਇੱਕ ਯੂਨਿਟ ਹੋ ਗਈ। ਦੈਨ ਲਾਸਟ 4th ਯੂਨਿਟ ਸਾਨੂੰ ਦਿੱਤੀ ਹੋਈ ਹੈ ਮਾਰਜਨਲ ਕੋਸਟਿੰਗ ਐਂਡ ਮੈਨੇਜਮੈਂਟ ਡਿਸੀਜਨ, ਜਿਹਦੇ ਵਿੱਚ ਮਾਰਜਨਲ ਕੋਸਟਿੰਗ ਬਾਰੇ ਸਭ ਕੁਛ ਦਿੱਤਾ ਹੋਇਆ ਹੈ। ਬਜਟਿੰਗ ਕੀ ਹੈ, ਜ਼ੀਰੋ ਬੇਸ ਬਜਟਿੰਗ ਕੀ ਹੈ, ਇਹ ਸਭ ਚੀਜ਼ਾਂ। ਤਾਂ ਸਾਡਾ ਇਹ ਖਤਮ ਹੁੰਦਾ ਓਵਰਹੈਡ ਵੇਰੀਐਂਸਿਸ 'ਤੇ ਜਾ ਕੇ, ਠੀਕ ਹੈ ਜੀ। ਹੁਣ ਇਹ ਸੀਗਾ ਸਾਡਾ ਸਿਲੇਬਸ ਇੰਸਪੈਕਟਰ ਆਡਿਟ ਦਾ। ਹੁਣ ਤੁਸੀਂ ਜਿਨ੍ਹਾਂ ਬੱਚਿਆਂ ਨੇ ਇੰਸਪੈਕਟਰ ਆਡਿਟ ਦੇ ਵਿੱਚ ਅਪੀਅਰ ਹੋਣਾ, ਜ਼ਿਆਦਾਤਰ ਕੁਐਸਚਨਸ ਉਹਨਾਂ ਦੇ ਨੇ, ਤਾਂ ਤੁਸੀਂ ਪਹਿਲਾਂ ਹੁਣ ਦੂਸਰੀ PDF ਦੇਖੋ, ਜਿਹਦੇ ਵਿੱਚ ਜੂਨੀਅਰ ਆਡੀਟਰ ਔਰ ਸੀਨੀਅਰ ਅਸਿਸਟੈਂਟ ਅਕਾਊਂਟਸ ਦਾ ਸਿਲੇਬਸ ਦਿੱਤਾ ਹੋਇਆ ਹੈ। ਹੁਣ ਇਹ ਦੇਖੋ, ਇਹ ਹੈ ਮੇਰੇ ਕੋਲ ਐਡਵਰਟਾਈਜ਼ਮੈਂਟ 05/2023, ਜਿਹਦੇ ਵਿੱਚ ਸੀਨੀਅਰ ਅਸਿਸਟੈਂਟ ਅਕਾਊਂਟਸ ਔਰ ਜੂਨੀਅਰ ਆਡੀਟਰ ਦਾ ਰਿਟਨ ਐਗਜ਼ਾਮੀਨੇਸ਼ਨ ਦਾ ਸਿਲੇਬਸ ਦਿੱਤਾ ਹੋਇਆ ਹੈ। ਇਹ ਵੀ ਦੋ ਪਾਰਟਸ ਦੇ ਵਿੱਚ ਹੈ, ਪਾਰਟ A, ਪਾਰਟ B। ਪਾਰਟ A ਸਾਰਾ ਜਨਰਲ ਪੇਪਰ ਹੋਏਗਾ, ਪਾਰਟ B ਤੁਹਾਡਾ ਸਬਜੈਕਟ ਰਿਲੇਟਿਡ ਪੇਪਰ ਹੋਏਗਾ, ਜੋ ਆਪਾਂ ਇੱਕ ਵਾਰੀ ਦੇਖ ਲੈਂਦੇ ਹਾਂ। ਅਤੇ ਕੰਪੇਅਰ ਮੈਂ ਕਰਵਾ ਰਹੀ ਹਾਂ ਸਿਰਫ ਔਰ ਸਿਰਫ ਇੰਸਪੈਕਟਰ ਆਡਿਟ ਦੇ ਨਾਲ, ਕਿ ਬੱਚਿਆਂ ਨੂੰ ਕਾਫੀ ਜ਼ਿਆਦਾ ਡਾਊਟ ਸੀਗੇ। ਹੁਣ ਇਹ ਸਾਡਾ ਸਿਲੇਬਸ ਦਿੱਤਾ ਹੋਇਆ ਸੀਨੀਅਰ ਅਸਿਸਟੈਂਟ ਅਕਾਊਂਟ ਅਤੇ ਜੂਨੀਅਰ ਆਡੀਟਰ ਦਾ। ਇਹਦੇ ਵਿੱਚ ਵੀ ਫਾਈਨੈਂਸ਼ੀਅਲ ਅਕਾਊਂਟਿੰਗ ਹੈ, ਜੋ ਆਪਾਂ ਸਾਰੀ ਦੇਖੀ ਐਜ਼ ਇਟ ਇਜ਼, ਜੋ ਇੰਸਪੈਕਟਰ ਆਡਿਟ ਦੇ ਸਿਲੇਬਸ ਦੇ ਵਿੱਚ ਦਿੱਤੀ ਹੋਈ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਉਹੀ ਚੀਜ਼ ਮੈਨੇਜਮੈਂਟ ਅਕਾਊਂਟਿੰਗ ਯੂਨਿਟ 2, ਇਹ ਵੀ ਇੰਸਪੈਕਟਰ ਆਡਿਟ ਦੇ ਵਿੱਚ ਸੇਮ ਹੈ, ਐਗਜ਼ੈਕਟ ਇੱਦਾਂ ਹੀ ਦਿੱਤੀ ਹੋਈ ਹੈ। ਕੈਸ਼ ਫਲੋ ਸਟੇਟਮੈਂਟ ਤੱਕ ਖਤਮ ਹੋ ਰਹੀ ਹੈ। ਕੋਸਟ ਅਕਾਊਂਟਿੰਗ 3rd ਯੂਨਿਟ ਆਪਣੀ ਮੰਨ ਕੇ ਚੱਲੋ, ਜਿਹਦੇ ਵਿੱਚ ਸਾਰਾ CVP ਰਿਲੇਸ਼ਨਸ਼ਿਪ ਤੱਕ ਖਤਮ ਕੀਤਾ ਜਾਂਦਾ ਹੈ, ਠੀਕ ਹੈ। ਇਹ ਯੂਨਿਟ ਹੋ ਗਈ। 4th ਯੂਨਿਟ ਹੈ ਸਾਡੀ ਮਾਰਜਨਲ ਕੋਸਟਿੰਗ ਐਂਡ ਮੈਨੇਜਮੈਂਟ ਡਿਸੀਜਨ, ਜੋ ਸਾਡੀ ਖਤਮ ਹੁੰਦੀ ਹੈ ਓਵਰਹੈਡ ਵੇਰੀਐਂਸਿਸ ਤੱਕ। ਹੁਣ ਜਿਨ੍ਹਾਂ ਬੱਚਿਆਂ ਨੂੰ ਡਾਊਟ ਸੀ ਸਿਲੇਬਸ ਸੇਮ ਹੈ ਜਾਂ ਨਹੀਂ, ਹੁਣ ਤੁਸੀਂ ਖੁਦ ਦੇਖ ਸਕਦੇ ਹੋ। ਇੰਸਪੈਕਟਰ ਆਡਿਟ, ਜੂਨੀਅਰ ਆਡੀਟਰ, ਸੀਨੀਅਰ ਅਸਿਸਟੈਂਟ ਅਕਾਊਂਟਸ, ਤਿੰਨੋਂ ਪੋਸਟ ਦਾ ਸਿਲੇਬਸ ਐਗਜ਼ੈਕਟ ਸੇਮ ਹੈ, ਐਗਜ਼ੈਕਟ ਸੇਮ, ਠੀਕ ਹੈ। ਹੁਣ ਜਦੋਂ ਮੈਂ ਤਿਆਰੀ ਕਰਵਾਉਣੀ ਸ਼ੁਰੂ ਕੀਤੀ ਸੀ, ਉਦੋਂ ਮੈਂ ਜੂਨੀਅਰ ਆਡੀਟਰ ਔਰ ਸੀਨੀਅਰ ਅਸਿਸਟੈਂਟ ਅਕਾਊਂਟਸ ਦੀ ਤਿਆਰੀ ਕਰਵਾਉਣੀ ਸ਼ੁਰੂ ਕੀਤੀ ਸੀ, ਕਿਉਂਕਿ ਇੰਸਪੈਕਟਰ ਆਡਿਟ ਦੀ ਜਿਹੜੀ ਪੋਸਟ ਹੈ ਉਹ ਤਾਂ ਹੁਣ 2-4 ਦਿਨ ਪਹਿਲਾਂ ਨੋਟੀਫਿਕੇਸ਼ਨ ਆਇਆ, ਠੀਕ ਹੈ। ਅਤੇ ਹੁਣ ਜਿਹੜਾ ਬੱਚਾ ਨੂੰ ਡਾਊਟ ਸੀਗਾ ਕਿ ਹੁਣ ਜੂਨੀਅਰ ਆਡੀਟਰ ਦੀ ਤਿਆਰੀ ਵਿੱਚ ਆਪਾਂ ਇੰਸਪੈਕਟਰ ਆਡਿਟ ਦਾ ਉਹ ਕਰ ਸਕਦੇ ਹਾਂ ਜਾਂ ਨਹੀਂ, ਤਾਂ ਤੁਸੀਂ ਕਰ ਸਕਦੇ ਹੋ, ਠੀਕ ਹੈ। ਜਿਹੜਾ ਵੀ ਮੈਂ ਸਿਲੇਬਸ, ਹੁਣ ਮੈਂ ਪਹਿਲਾਂ ਇਹ ਦੱਸਦਾ ਮੈਂ ਕਿੱਥੇ ਤੱਕ ਕਰਵਾ ਦਿੱਤਾ ਹੋਇਆ। ਸਗੋਂ ਜਿਹੜੇ ਇੰਸਪੈਕਟਰ ਆਡਿਟ ਦੇ ਵਿੱਚ ਅਪੀਅਰ ਹੋਣ ਵਾਲੇ ਬੱਚੇ ਆ, ਉਹਨਾਂ ਨੂੰ ਤਾਂ ਫ਼ਾਇਦਾ ਮਿਲ ਗਿਆ, ਕਿਉਂਕਿ ਆਪਣੀ ਕੋਸਟ ਅਕਾਊਂਟਿੰਗ ਸਾਰੀ ਖਤਮ ਹੋ ਚੁੱਕੀ ਹੈ ਇਸ ਚੈਨਲ ਦੇ ਉੱਤੇ।
ਮਾਰਜਨਲ ਕੋਸਟਿੰਗ ਸਾਰੀ ਖਤਮ ਹੋ ਚੁੱਕੀ ਹੈ ਇਸ ਚੈਨਲ ਦੇ ਉੱਤੇ। ਮੈਂ ਪਲੇਲਿਸਟ ਬਣਾਈਆਂ ਹੋਈਆਂ, ਤੁਸੀਂ ਹੁਣ ਡਾਊਟ ਦੇ ਵਿੱਚ ਨਾ ਆਵੋ, ਕਿਉਂਕਿ ਉਹ ਪਲੇਲਿਸਟ ਜਿਹੜੇ ਮੈਂ ਲੈਕਚਰਸ ਰਿਕਾਰਡ ਕੀਤੇ ਉਹ ਪੁਰਾਣੇ ਹੋ ਚੁੱਕੇ, 1-2-3 ਮਹੀਨੇ ਹੋ ਚੁੱਕੇ ਹੈ। ਉਹ 'ਚ ਮੈਂ ਜੂਨੀਅਰ ਆਡੀਟਰ ਬੋਲ ਰਹੀ ਹਾਂ, ਪਰ ਸਿਲੇਬਸ ਸੇਮ ਹੈ। ਤਾਂ ਤੁਸੀਂ ਜਿਹੜੇ ਇੰਸਪੈਕਟਰ ਆਡਿਟ ਵਾਲੇ ਬੱਚੇ ਹੈ ਤਾਂ ਤੁਸੀਂ ਉਹਨੂੰ ਕਰਨਾ ਹੀ ਕਰਨਾ ਹੈ, ਠੀਕ ਹੈ ਜੀ। ਤੁਸੀਂ ਮੈਂ ਇਹ PDF ਟੈਲੀਗ੍ਰਾਮ ਚੈਨਲ ਦੇ ਉੱਤੇ ਸ਼ੇਅਰ ਕਰ ਦੂੰਗੀ, ਦੋਨੋਂ ਤੁਸੀਂ ਖੁਦ ਕੰਪੇਅਰ ਕਰ ਲੈਣਾ। ਉਸ ਤੋਂ ਬਾਅਦ ਫਾਈਨੈਂਸ਼ੀਅਲ ਅਕਾਊਂਟਿੰਗ ਸਾਡਾ ਸੋਲ ਟਰੇਡਰ ਤੱਕ ਹੋ ਚੁੱਕਿਆ, ਪਾਰਟਨਰਸ਼ਿਪ ਫਾਰਮ ਚੱਲਦਾ ਪਿਆ ਅਤੇ ਇਹਨੂੰ ਮੈਂ ਹੁਣ ਕੰਟੀਨਿਊ ਕਰਦੀ ਰਹੂੰਗੀ। ਉਸ ਤੋਂ ਬਾਅਦ ਬੱਚਿਆਂ ਦਾ ਇੱਕ ਕੁਐਸਚਨ ਸੀਗਾ ਕਿ ਅਸੀਂ ਸਿਰਫ ਤੁਹਾਡੀ ਪਲੇਲਿਸਟ ਨੂੰ ਦੇਖੀਏ ਜਾਂ ਕੋਈ ਬੁੱਕਸ ਵੀ ਰੈਫਰ ਕਰੀਏ। ਤਾਂ ਮੇਰੇ ਅਕੋਰਡਿੰਗ ਕਿਸੇ ਵੀ ਬੁੱਕਸ ਨੂੰ ਐਕਸਟਰਾ ਪੜ੍ਹਨ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਮੈਂ ਜਿੰਨਾ ਸਿਲੇਬਸ ਦੇ ਵਿੱਚ ਜਿਹੜੀ ਟਰਮ ਲਿਖੀ ਹੈ ਮੈਂ ਉਹਨੂੰ ਹਰ ਐਸਪੈਕਟ ਦੇ ਵਿੱਚ ਕਵਰ ਕਰਵਾਇਆ, ਠੀਕ ਹੈ। ਕਿਸ ਤਰ੍ਹਾਂ ਨਾਲ ਉਹ 'ਚ ਕੁਐਸਚਨ ਬਣ ਸਕਦੇ ਮੈਂ ਨਾਲ ਇਹ ਵੀ ਦੱਸਿਆ। ਤਾਂ ਮੇਰੇ ਅਕੋਰਡਿੰਗ ਬੁੱਕਸ ਪੜ੍ਹਨ ਦੀ ਜ਼ਰੂਰਤ ਨਹੀਂ ਹੈ। ਬਾਕੀ ਤੁਸੀਂ ਸੈਲਫ ਸੈਟਿਸਫੈਕਸ਼ਨ ਵਾਸਤੇ ਅਗਰ ਪੜ੍ਹਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਤੁਸੀਂ ਪੜ੍ਹ ਸਕਦੇ ਹੋ BCom ਦੀ ਬੁੱਕਸ, ਠੀਕ ਹੈ, ਅਤੇ 12th ਦੀ ਫਾਈਨੈਂਸ਼ੀਅਲ ਅਕਾਊਂਟਿੰਗ ਪੜ੍ਹ ਸਕਦੇ ਹੋ, ਠੀਕ ਹੈ। 12th ਕਾਮਰਸ ਦੀ ਫਾਈਨੈਂਸ਼ੀਅਲ ਅਕਾਊਂਟਿੰਗ ਪੜ੍ਹ ਸਕਦੇ ਹੋ ਇਨ ਕੇਸ ਤੁਸੀਂ ਪੜ੍ਹਨਾ ਚਾਹੁੰਦੇ ਹੋ, ਪਰ ਜ਼ਰੂਰਤ ਨਹੀਂ ਹੈ। ਉਸ ਤੋਂ ਬਾਅਦ ਸੈਕਿੰਡ ਕੁਐਸਚਨ ਸੀ ਬੱਚਿਆਂ ਦਾ PDFs। ਜਦੋਂ ਮੇਰਾ ਇੱਕ ਟੌਪਿਕ ਕੰਪਲੀਟ ਹੋ ਜਾਏਗਾ, ਠੀਕ ਹੈ, ਮੰਨ ਲਓ ਹੁਣ ਮੇਰਾ ਪਾਰਟਨਰਸ਼ਿਪ ਫਾਰਮ ਚੱਲ ਰਿਹਾ ਹੈ, ਹੁਣ ਪਾਰਟਨਰਸ਼ਿਪ ਫਾਰਮ ਦੇ ਜਿੰਨੇ ਵੀ ਸਬ ਪਾਰਟਸ ਹੋਗੇ ਉਹ ਜਦੋਂ ਮੇਰੇ ਖਤਮ ਹੋ ਜਾਓਗੇ ਉਸ ਤੋਂ ਬਾਅਦ ਮੈਂ ਤੁਹਾਨੂੰ ਉਹ PDF ਟੈਲੀਗ੍ਰਾਮ ਚੈਨਲ ਦੇ ਉੱਤੇ ਸ਼ੇਅਰ ਕਰ ਦੂੰਗੀ। ਤਾਂ ਤੁਹਾਡਾ ਸਿਰਫ ਇੰਨਾ ਕੰਮ ਹੈ, ਤੁਸੀਂ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰਨਾ ਹੈ ਔਰ YouTube ਚੈਨਲ 'ਤੇ ਇਸ ਚੈਨਲ ਨੂੰ ਜੁਆਇਨ ਕਰਨਾ ਹੈ, ਤਾਂ ਕਿ ਤੁਹਾਡਾ ਸਿਲੇਬਸ ਕਵਰ ਹੁੰਦਾ ਰਹੇ। ਹੋਰ ਕਿਸੇ ਗੱਲ ਦੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਦੂਸਰੀ ਚੀਜ਼, ਬੱਚਿਆਂ ਨੂੰ ਸੀਗਾ ਕਿ MCQs ਵਗੈਰਾ ਕਰਵਾਏ ਜਾਓਗੇ ਜਾਂ ਨਹੀਂ, ਤਾਂ ਪਹਿਲਾਂ ਮੇਰਾ ਸਿਲੇਬਸ ਕੰਪਲੀਟ ਹੋ ਜਾਵੇ ਸਾਰਾ, ਉਸ ਤੋਂ ਬਾਅਦ ਮੈਂ MCQs ਦੇ ਉੱਤੇ ਜਾਊਂਗੀ। ਪਰ ਮੈਂ ਹਰ ਵੀਕ 10 ਕੁਐਸਚਨਸ ਦਾ ਕੁਇਜ਼ ਪਾਉਂਦੀ ਹਾਂ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਤੇ, ਤੁਸੀਂ ਉੱਥੇ ਆਪਣੀ ਪ੍ਰੈਕਟਿਸ ਕਰ ਸਕਦੇ ਹੋ, ਠੀਕ ਹੈ ਜੀ। ਉਸ ਤੋਂ ਬਾਅਦ ਹੋਰ ਬੱਚਿਆਂ ਦਾ ਡਾਊਟ ਸੀਗਾ ਇੰਸਪੈਕਟਰ ਆਡਿਟ ਦਾ ਸਿਲੇਬਸ ਕੰਪਲੀਟ ਕਰਵਾਇਆ ਜਾਏਗਾ ਕਿ ਨਹੀਂ। ਹੁਣ ਜੇ ਤੁਹਾਡਾ ਡਾਊਟ ਕਲੀਅਰ ਹੋ ਗਿਆ ਹੋਏ ਸਿਲੇਬਸ ਨੂੰ ਲੈ ਕੇ, ਤਾਂ ਹਾਂਜੀ, ਇੱਥੇ ਇੰਸਪੈਕਟਰ ਆਡਿਟ ਦਾ ਸਿਲੇਬਸ ਵੀ ਕੰਪਲੀਟ ਹੋਏਗਾ, ਜੂਨੀਅਰ ਆਡੀਟਰ ਦਾ ਵੀ ਹੋਏਗਾ, ਸੀਨੀਅਰ ਅਸਿਸਟੈਂਟ ਅਕਾਊਂਟ ਦਾ ਵੀ ਹੋਏਗਾ, ਬਲਕਿ 2 ਯੂਨਿਟਸ ਕੰਪਲੀਟ ਹੋ ਚੁੱਕੀਆਂ। ਤੁਸੀਂ ਉਹਨੂੰ ਕਰੋ, ਨਾਲ ਫਾਈਨੈਂਸ਼ੀਅਲ ਅਕਾਊਂਟਿੰਗ ਨੂੰ ਕੰਟੀਨਿਊ ਰੱਖੋ। ਹੋਪ ਤੁਹਾਡੇ ਸਾਰੇ ਡਾਊਟਸ ਕਲੀਅਰ ਹੈ। ਫਿਰ ਵੀ ਅਗਰ ਕਿਸੇ ਨੂੰ ਕੋਈ ਡਾਊਟ ਰਹਿ ਗਿਆ ਹੈ ਜਾਂ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਟੈਲੀਗ੍ਰਾਮ ਚੈਨਲ ਦੇ ਉੱਤੇ ਕੰਟੈਕਟ ਕਰ ਸਕਦੇ ਹੋ, ਉਹਦਾ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਤੁਹਾਨੂੰ ਲਿੰਕ ਦੇ ਦੂੰਗੀ। ਹੋਪ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਕਲੀਅਰ ਹੋ ਗਈ ਹੋਏਗੀ। ਹੁਣ ਆਪਾਂ ਨੈਕਸਟ ਕਲਾਸ ਦੇ ਵਿੱਚ ਮਿਲਾਂਗੇ, ਜਿਹਦੇ ਵਿੱਚ ਮੈਂ ਫਾਈਨੈਂਸ਼ੀਅਲ ਅਕਾਊਂਟਿੰਗ ਦਾ ਇੰਟਰਸਟ ਔਨ ਕੈਪੀਟਲ ਵਾਲਾ ਟੌਪਿਕ ਕਵਰ ਕਰਵਾਉਂਗੀ। ਸੋ ਥੈਂਕ ਯੂ ਸੋ ਮਚ, ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ।